ओके भाई, अज आप समझने समरी विद ऑप्शंस। इन्हों करना बड़ा ईजी होंगे, अपन बस चाहिए थोड़ी जी कॉमन सेंस ते थोड़ी ग्रामर की नॉलेज। किवें देखो, इहदे ज़्यादातर स्टूडेंट्स ना लाइक कन्फ्यूज ही हो जाते हैं, क्योंकि सिनोनिम्स दिते होंगे, सिनोनिम्स अपने औखे है तो वर्ड जोड़े बड़ा कन्फ्यूज कर देंगे। ਆਪਾਂ ਕੀ करना वा सिंपली, ਆਪਾਂ कभी भी जो मल्टीपल चॉइस क्वेश्चन आ गए ਆਪਾਂ सही आंसर नहीं ਲੱਭਣਾ, ਆਪਾਂ गलत आंसर बाहर ਕੱਢਣੇ। किवें देखियो ध्यान दो, मैं कहा कि इन मार्च बी कीपर्स डैश फॉर माइग्रेशन, बी कीपर्स डैश फॉर माइग्रेशन। ਆਪਾਂ ਨਾ ਸਹੀ ਆਨਸਰ ਨਹੀਂ ਲੱਭਣਾ, ਆਪਾਂ ਪਹਿਲਾਂ ਹੀ ਨਾ ਇਹਨਾਂ ਨੂੰ ਪੜ੍ਹ ਕੇ ਗਲਤ ਆਨਸਰ ਕੱਢ ਲੈਣੇ। ਜਿਵੇਂ ਕਿ ਬੀ ਕੀਪਰਸ ਸਮੋਕ ਫॉर ਨਹੀਂ ਹੋ ਸਕਦਾ, ਬੀ ਕੀਪਰਸ ਬੈਰਲਸ ਫॉर ਨਹੀਂ ਹੋ ਸਕਦਾ, ਆਪਾਂ ਨੂੰ ਪਤਾ ਤੁਹਾਨੂੰ ਇੱਥੇ ਵਰਬ ਚਾਹੀਦਾ। ਬੀ ਕੀਪਰਸ ਸੈਟ ਆਫ ਹੋ ਸਕਦਾ, ਪੋਲੀਨੇਟ ਜਿਹੜਾ ਵਾ ਉਹ ਇੱਕ ਐਗਜ਼ਾਮਪਲ ਦੇ ਤੌਰ ਤੇ ਹੋ ਚੁੱਕਿਆ, ਸੋ ਪੋਲੀਨੇਟ ਵੀ ਨਹੀਂ ਹੋ ਸਕਦਾ। बी कीपर कोम्स नहीं हो सकता, बी कीपर फुल नहीं हो सकता, बी कीपर कैमिकल्स नहीं हो सकता, बी कीपर प्रोटेक्शन नहीं हो सकता, लाइट नहीं हो सकता, मशीन्स नहीं हो सकता, स्क्रीन नहीं हो सकता, एम्प्टी नहीं हो सकता। या तो होगा बी कीपर्स पे फॉर माइग्रेशन हो सकता, या बी कीपर्स प्रिपेयर फॉर माइग्रेशन हो सकता। सो आप वेखना वा कि केड़ा वा बी कीपर सैट ऑफ आ, बी कीपर पे है कि बी कीपर प्रिपेयर आ। हुण जरूरी नहीं आपां नूं एग्जैक्ट सिनोनिम मिल जाए, आपां बस पढ़ के देखना वा कि आंसर की हो सकता। इदा करने नाल आपां नूं पता कि बाकी सारे तो हो ही नहीं सकते, ये तो कोई भी नहीं है आंसर। सो सिर्फ आही देखना वा कि सैट ऑफ है, सैट ऑफ मतलब चले जाना, ठीक है। पे वा कि प्रिपेयर वा, आपां एक बार पढ़ के देखते हैं कि आंसर की होगा। देखियो हुण आ अपने को आ गया, देखो आपां कहांगे बाय अर्ली मार्च इट इज टाइम टू मूव द बीज, बीज नूं मूव करने का समा आ गया वा। इट टेक्स अप टू 7 नाइट्स टू पैक द 4000 हाइव्स दैट बी कीपर मे ओन। कहते बी कीपर को ਜਿਹੜੀਆਂ ਹਾਈਵਸ ਹੁੰਦੀਆਂ ਉਹਨੂੰ ਪੈਕ ਕਰਨ ਦੇ ਲਈ 4000 ਹਾਈਵਸ ਨੂੰ ਪੈਕ ਕਰਨ ਦੇ ਲਈ 7 ਦਿਨ ਲੱਗ ਜਾਂਦੇ, ਠੀਕ ਆ। ਕਹਿੰਦੇ ਉਹਨਾਂ ਨੂੰ ਦਿਨ ਦੇ ਟਾਈਮ ਤੇ ਨਹੀਂ ਮੂਵ ਕਰਦੇ, ਦੇ ਆਰ ਨਾਟ ਮੂਵਡ ਇਨ ਦ ਮਿਡਲ ਆਫ ਦ ਡੇ ਬਿਕੋਜ਼ ਟੂ ਮੈਨੀ ਬੀਵਸ ਵੁੱਡ ਐਂਡ ਅਪ ਹੋਮਲੈਸ। ਹੁਣ ਜੇ ਆਪਾਂ ਵੇਖੀਏ ਤੇ ਨਾਈਟ ਦੀ ਗੱਲ ਆਉਣ ਲੱਗ ਪਈ, ਮਤਲਬ ਡੇ ਨਾਈਟ ਦੀ ਗੱਲ ਆਉਣ ਲੱਗ ਪਈ। ਸੋ ਮਤਲਬ ਆਪਣਾ ਅਗਲਾ ਆਨਸਰ ਸ਼ੁਰੂ ਹੋ ਗਿਆ। ਸੋ ਮਤਲਬ ਆਪਣਾ ਪਹਿਲਾ ਆਨਸਰ ਪਿੱਛੇ ਇਸ ਆਈਡੀਆ ਸੈਂਟੈਂਸ ਹੋਣਾ ਚਾਹੀਦਾ। सो देखो इट कैन टेक अप टू 7 days टू पैक द 4000 और सो हाइव्स, कि 4000 हाइव्स नू पैक करना पैंदा वा ते 7 दिन लगदे। हुण ये आंसर जिहड़ा वा सैट ऑफ नाल रलदा वा, पे नाल रलदा वा कि प्रिपेयर नाल रलदा। सो ਆਪਾਂ ਕਹਾਂਗੇ बी कीपर ਜਿਹੜੇ ਆ दे प्रिपेयर फॉर माइग्रेशन, ਉਹ ਮਾਈਗ੍ਰੇਸ਼ਨ ਦੇ ਲਈ प्रिपेयर ਕਰਨ ਲੱਗ ਪੈਂਦੇ। ਆਪਾਂ ਨੂੰ ਕੋਈ ਸਿਨੋਨਿਮ ਲੱਭਣ ਦੀ ਲੋੜ ਨਹੀਂ ਹੈ, ਕੁਝ ਲੱਭਣ ਦੀ ਜ਼ਰੂਰਤ ਨਹੀਂ ਹੈ। ਆਪਾਂ ਬਸ ਇਹ ਵੇਖਣਾ ਵਾ ਕਿ ਮਲਟੀਪਲ ਆਪਸ਼ਨਸ ਨੂੰ ਕੱਟ ਕਰ ਦੇਣਾ, ਕਿਉਂਕਿ ਪੇ ਦੀ ਗੱਲ ਤੇ ਕੀਤੀ ਨਹੀਂ, ਠੀਕ ਹੈ। ਸੈਟ ਆਫ ਮਤਲਬ ਚਲੇ ਜਾਣਾ, ਠੀਕ ਹੈ। ਹੁਣ ਉਹ ਖੁਦ ਥੋੜੀ ਜਾਂਦੇ ਆ, ਉਹ ਬੀਜ਼ ਨੂੰ ਮੂਵ ਕਰਦੇ ਪਏ, ਆਪ ਨਹੀਂ ਜਾਂਦੇ ਪਏ, ਬੀਜ਼ ਨੂੰ ਮੂਵ ਕਰਦੇ ਪਏ। ਤੇ ਲਿਖਿਆ ਵਾ ਕਿ 7 ਦਿਨ ਲੱਗਦੇ ਉਹਨਾਂ ਨੂੰ ਸਭ ਕੁਝ ਪੈਕ ਵਗੈਰਾ ਕਰਨ ਦੇ ਲਈ, ਤੇ ਪੈਕ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਪ੍ਰੀਪੇਅਰ ਕਰਦੇ ਪਏ ਜਾਣ ਦੇ ਲਈ। ਤੇ ਇਹਨਾਂ ਨੂੰ ਕਰਨਾ ਬੜਾ ਈਜ਼ੀ ਹੈ, ਸਮਝਿਓ। ਦੇਖੋ ਆਪਾਂ ਹੁਣ ਕੀ ਕਰਨਾ, ਹਰ ਇੱਕ ਕੁਐਸਚਨ ਦੇ ਉੱਤੇ ਗਲਤ ਆਨਸਰ ਕੱਢੀ ਜਾਣੇ ਆ ਤੇ ਸਹੀ ਆਨਸਰ ਲਗਾਈ ਜਾਣੇ। ਕਿਵੇਂ? ਹੁਣ ਆਪਣਾ ਪੋਲੀਨੇਟ ਆਨਸਰ ਹੋ ਗਿਆ, ਪੋਲੀਨੇਟ ਤੇ ਨਹੀਂ ਹੋਊਗਾ ਦੁਬਾਰਾ ਕਿਉਂਕਿ ਉਹ ਆਪਣੀ ਐਗਜ਼ਾਮਪਲ ਹੀ, ਤੇ ਆਪਣਾ ਪ੍ਰੀਪੇਅਰ ਵੀ ਹੋ ਗਿਆ, ਸੋ ਇਹ ਵੀ ਨਹੀਂ ਹੋਊਗਾ। ਹੁਣ ਅਗਲਾ ਕੁਐਸਚਨ ਆ, ਐਟ ਨਾਈਟ ਵੈਨ ਦ ਹਾਈਵਸ ਆਰ ਡੈਸ਼। ਕਹਿੰਦੇ ਰਾਤੀ ਜਿਹੜੇ ਹਾਈਵਸ ਆ ਉਹ ਡੈਸ਼ ਹੁੰਦੇ, ਠੀਕ ਆ। ਐਂਡ ਕਲੀਅਰ, ਐਂਡ ਦ ਬੀਜ਼ ਆਰ ਟ੍ਰੈਂਕੁਇਲ, ਤੇ ਬੀਜ਼ ਸ਼ਾਂਤ ਹੁੰਦੀਆਂ। ਹੁਣ ਜਿੱਥੇ ਆਪਣੇ ਕੋਲ ਟ੍ਰੈਂਕੁਇਲ ਵਗੈਰਾ ਵਰਡ ਆ ਗਿਆ, ਉਹਦੇ ਤੋਂ ਪਹਿਲਾਂ ਹੀ ਆਪਣਾ ਆਨਸਰ ਹੋਊਗਾ, ਆਪਾਂ ਨੂੰ ਪਤਾ। ਕਲੀਅਰ ਆ। ਤੇ ਟ੍ਰੈਂਕੁਇਲ ਦੀ ਜਗ੍ਹਾ ਤੇ ਇਹਨਾਂ ਨੇ ਆਪਾਂ ਨੂੰ ਵਰਡ ਦਿੱਤਾ ਰਿਲੇਟਿਵਲੀ ਕੁਆਇਟ। ਕਲੀਅਰ ਆ। ਆਪਾਂ ਵੇਖਣਾ ਵਾ ਕਿ ਰਾਤੀ ਹਾਈਵਸ ਡੈਸ਼ ਹੁੰਦੇ ਆ, ਠੀਕ ਆ। ਸੋ ਦੇਖੋ ਰਾਤੀ ਹਾਈਵਸ ਸਮੋਕ ਹੁੰਦੀਆਂ, ਨਹੀਂ ਹੋ ਸਕਦਾ। ਰਾਤੀ ਹਾਈਵਸ ਬੈਰਲ ਹੁੰਦੀਆਂ, ਨਹੀਂ ਹੋ ਸਕਦਾ। ਰਾਤੀ ਹਾਈਵਸ ਸੈਟ ਆਫ ਹੁੰਦੀਆਂ, ਨਹੀਂ ਹੋ ਸਕਦਾ। ਰਾਤੀ ਹਾਈਵਸ ਕੋਮਸ ਹੁੰਦੀਆਂ, ਨਹੀਂ ਹੋ ਸਕਦਾ। ਰਾਤੀ ਹਾਈਵਸ ਫੁੱਲ ਹੁੰਦੀਆਂ, ਆਨਸਰ ਹੋ ਸਕਦਾ। ਕੈਮੀਕਲ ਹੁੰਦੀਆਂ ਵਾ, ਪ੍ਰੋਟੈਕਸ਼ਨ ਹੁੰਦੀਆਂ ਵਾ, ਲਾਈਟ ਹੋ ਸਕਦੀਆਂ, ਹਲਕੀਆਂ ਹੁੰਦੀਆਂ, ਠੀਕ ਆ। ਮਸ਼ੀਨਸ ਹੁੰਦੀਆਂ ਵਾ ਰਾਤੀ ਸਕਰੀਨ, ਹਾਈਵਸ ਮਸ਼ੀਨ ਹੁੰਦੀਆਂ, ਹਾਈਵਸ ਸਕਰੀਨ ਦੀਆਂ, ਹਾਈਵਸ ਐਮਟੀ ਹੁੰਦੀਆਂ, ਹਾਈਵਸ ਪੇ ਹੁੰਦੀਆਂ ਵਾ, ਚਾਰਜ ਹੁੰਦੀਆਂ, ਕੁਝ ਨਹੀਂ ਆਣਾ ਇਹਨਾਂ ਚੋਂ। ਜਾਂ ਤੇ ਆਨਸਰ ਹੋਊਗਾ ਫੁੱਲ, ਲਾਈਟ, ਐਮਟੀ। ਧਿਆਨ ਦਿਓ, ਹੁਣ ਜੇ ਤੁਹਾਡੇ ਕੋਲ ਫੁੱਲ ਤੇ ਐਮਟੀ ਵਰਗੇ ਵਰਡ ਆ ਗਏ ਨਾ, ਜੋ ਕਿ ਇੱਕ ਦੂਸਰੇ ਦੇ ਖਿਲਾਫ ਜਾਂਦੇ, ਹਮੇਸ਼ਾ ਇਦਾਂ ਹੋਊਗਾ। ਦੋ ਵਰਡਸ ਇਹੋ ਜਿਹੇ ਜਿਹੜੇ ਬਿਲਕੁਲ ਆਪੋਜ਼ਿਟ ਹੈ, ਤੇ ਚਾਂਸ ਹੈ ਕਿ ਲਾਈਟ ਤੇ ਹੋਊਗਾ ਹੀ ਨਹੀਂ ਨਾ, ਜਾਂ ਤੇ ਫੁੱਲ ਹੋਊਗਾ ਜਾਂ ਤੇ ਐਮਟੀ ਹੋਊਗਾ। ਆਪਾਂ ਇਹ ਲੱਭਣਾ ਵਾ ਕਿ ਫੁੱਲ ਆ ਕੇ ਐਮਟੀ, ਠੀਕ ਆ। ਪਹਿਲਾਂ ਹੀ ਕੱਟ ਲਓ ਉਹਨਾਂ ਨੂੰ। ਵੇਖੋ ਹੁਣ ਉਹਨਾਂ ਨੇ ਕਿਹਾ ਨਾਈਟ ਵੈਨ ਦ ਹਾਈਵਸ ਆਰ ਡੈਸ਼, ਆਪਾਂ ਵੇਖਣਾ ਵਾ ਨਾਈਟ ਦੇ ਹਾਈਵਸ ਕੀ ਹੁੰਦੀਆਂ। ਕਲੀਅਰ। ਸੋ ਦੇਖੋ ਉਹਨੇ ਕਿਹਾ ਥੀਸ ਆਰ, ਹਾਈਵਸ ਦੀ ਗੱਲ ਕਰਨ ਦੇ ਆ ਕਿਉਂਕਿ ਇੱਥੇ ਲਿਖਿਆ ਹਾਈਵਸ। ਥੀਸ ਆਰ ਨਾਟ ਮੂਵਡ ਇਨ ਦ ਡੇ, ਕਿਤੇ ਨੂੰ ਦਿਨੇ ਨਹੀਂ ਮੂਵ ਕਰਦੇ, ਬਿਕੋਜ਼ ਟੂ ਮੈਨੀ ਬੀਜ਼ ਵੁੱਡ ਐਂਡ ਅਪ ਹੋਮਲੈਸ। ਕਹਿੰਦੇ ਜੇ ਇਹਨਾਂ ਨੂੰ ਦਿਨੇ ਮੂਵ ਕਰਾਂਗੇ
ਤੇ ਕਾਫੀ ਸਾਰੀਆਂ ਬੀਜ਼ ਬੇਘਰ ਹੋ ਜੂਗੀਆਂ। ਬਟ ਐਟ ਨਾਈਟ ਹਾਈਵਸ ਆਰ ਸਟੈਕ ਔਨਟੂ ਵੁਡਨ। ਧਿਆਨ ਦਿਓ, ਕਹਿੰਦੇ ਜੇ ਆਪਾਂ ਦਿਨੇ ਮੂਵ ਕਰਾਂਗੇ ਤੇ ਹਾਈਵਸ ਬੀਜ਼ ਜਿਹੜੀਆਂ ਵਾ ਬੇਘਰ ਹੋ ਜੂਗੀਆਂ। ਬੀਜ਼ ਜਿਹੜੀਆਂ ਬੇਘਰ ਹੋ ਜੂਗੀਆਂ ਮਤਲਬ ਕੀ ਹੋਇਆ ਕਿ ਦਿਨੇ ਜਿਹੜਾ ਵਾ ਬੀਜ਼ ਘਰ ਤੋਂ ਬਾਹਰ ਆ, ਅਸੀਂ ਜਿਹਨੂੰ ਮੂਵ ਕਰ ਲਾਂਗੇ ਤੇ ਵਾਪਸ ਘਰੇ ਨਹੀਂ ਆ ਸਕਦੀ। ਤੇ ਫਿਰ ਨਾ ਰਾਤੀ ਤੁਸੀਂ ਨਾ ਵੇਖਣਾ ਵਾ ਰਾਤੀ ਹਾਈਵਸ ਫੁੱਲ ਹੋ ਗਈ ਕਿ ਐਮਟੀ ਹੋ ਗਈ। ਜੇ ਦਿਨੇ ਬੇਘਰ ਹੁੰਦੀਆਂ ਪਈਆਂ ਵਾ ਤੇ ਰਾਤੀ ਹਾਈਵਸ ਕੀ ਹੋ ਗਈਆਂ, ਫੁੱਲ ਹੋ ਗਈ। ਆਨਸਰ ਕੀ ਹੋ ਜਾਊਗਾ ਆਪਣਾ, ਫੁੱਲ। ਓਏ ਸੌਰੀ, ਫੁੱਲ। ਸਿਮਿਲਰਲੀ ਵੇਖੋ ਬੀਜ਼ ਟ੍ਰੈਂਕਲ ਹੁੰਦੀਆਂ, ਕਹਿੰਦੇ ਰਾਤੀ ਫੁੱਲ ਹੁੰਦਾ ਵਾ ਤੇ ਬੀਜ਼ ਸ਼ਾਂਤ ਹੁੰਦੀਆਂ ਵਾ। ਇੱਕ ਡੈਸ਼ ਅ ਲਿਟਲ ਡੈਸ਼ ਜਿਹੜਾ ਵਾ ਇਨਸ਼ੋਰ ਕਰ ਲੈਂਦਾ ਵਾ ਕਿ ਬੀਜ਼ ਸ਼ਾਂਤ ਹੋ ਗਈਆਂ। ਇਸ ਦਾ ਕੇਸ ਮਤਲਬ ਬੀਜ਼ ਸ਼ਾਂਤ ਹੋ ਗਿਆ, ਡੈਸ਼ ਚਾਹੀਦਾ ਆਪਾਂ ਨੂੰ ਥੋੜਾ ਜਿਹਾ। ਹੁਣ ਆਪਾਂ ਵੇਖਣਾ ਅ ਲਿਟਲ ਕੀ। ਹੁਣ ਧਿਆਨ ਦਿਓ, ਜਦੋਂ ਆਪਣੇ ਕੋਲ ਅ ਲਿਟਲ ਆ ਗਿਆ, ਠੀਕ ਆ, ਤੇ ਇਹਦਾ ਮਤਲਬ ਇਹ ਹੋ ਗਿਆ ਕਿ ਐਸ ਵਾਲਾ ਤੇ ਕੋਈ ਵੀ ਨਹੀਂ ਆਊਗਾ ਕਿਉਂਕਿ ਅ ਲਿਟਲ ਸਿੰਗੂਲਰ ਹੋਊਗਾ, ਅ ਵਾ ਨਾ। ਅ ਲਿਟਲ ਬੈਰਲਸ ਨਹੀਂ ਹੋ ਸਕਦਾ, ਸੈਟ ਆਫ ਨਹੀਂ ਹੈਗਾ, ਠੀਕ ਆ, ਪੋਲੀਨੇਟ ਹੋ ਗਿਆ। ਕੋਮਸ ਨਹੀਂ ਹੋ ਸਕਦਾ, ਫੁੱਲ ਵੀ ਹੋ ਗਿਆ, ਠੀਕ ਆ। ਕੈਮੀਕਲਸ ਨਹੀਂ ਹੋ ਸਕਦਾ। ਅ ਲਿਟਲ ਪ੍ਰੋਟੈਕਸ਼ਨ ਚਲੋ ਮੰਨ ਲੈਂਦੇ ਹੋ ਸਕਦਾ। ਅ ਲਿਟਲ ਲਾਈਟ ਨਹੀਂ ਹੋ ਸਕਦਾ, ਮਸ਼ੀਨਸ ਨਹੀਂ ਹੁੰਦਾ, ਸਕਰੀਨ ਨਹੀਂ ਹੋ ਸਕਦਾ, ਐਮਟੀ ਨਹੀਂ ਹੋ ਸਕਦਾ ਕਿਉਂਕਿ ਫੁੱਲ ਹੋ ਗਿਆ ਤਾਂ ਐਮਟੀ ਵੀ ਕੱਟ ਜੇ। ਅ ਲਿਟਲ ਪੇ ਨਹੀਂ ਹੁੰਦਾ, ਲਿਟਲ ਚਾਰਜ ਨਹੀਂ ਹੋ ਸਕਦਾ, ਕੁਝ ਵੀ ਨਹੀਂ ਹੋ ਸਕਦਾ, ਠੀਕ ਆ। ਅ ਲਿਟਲ ਸੁਪਰਸ ਨਹੀਂ ਹੋ ਸਕਦਾ, ਅ ਲਿਟਲ ਪ੍ਰੀਪੇਅਰ ਨਹੀਂ ਹੋ ਸਕਦਾ, ਲਿਟਲ ਕੁਈਜ਼ ਨਹੀਂ ਹੋ ਸਕਦਾ। ਤੇ ਆਪਣਾ ਆਨਸਰ ਜਾਂ ਤੇ ਹੋਊਗਾ ਅ ਲਿਟਲ ਸਮੋਕ ਜਾਂ ਆਨਸਰ ਹੋਊਗਾ ਅ ਲਿਟਲ ਪ੍ਰੋਟੈਕਸ਼ਨ। ਸੋ ਆਪਾਂ ਵੇਖਣਾ ਵਾ ਕਿ ਉਹਨਾਂ ਨੂੰ ਸ਼ਾਂਤ ਕਰਨ ਦੇ ਲਈ ਪ੍ਰੋਟੈਕਸ਼ਨ ਕਰਦੇ ਪਏ ਕਿ ਉਹਨਾਂ ਨੂੰ ਸ਼ਾਂਤ ਕਰਨ ਦੇ ਲਈ ਸਮੋਕ ਕਰਦੇ ਪਏ, ਕਿਉਂਕਿ ਬਾਕੀ ਸਾਰੇ ਤੇ ਲੱਗਦੇ ਨਹੀਂ ਪਏ, ਸੈਂਸ ਹੀ ਨਹੀਂ ਬਣਦੀ ਉਹਨਾਂ ਦੀ। ਵੇਖੋ ਇੱਥੇ ਲਿਖਿਆ ਵਾ ਬੀਜ਼ ਸ਼ੁੱਡ ਰਿਮੇਨ ਕੁਆਇਟ ਜਸਟ ਇਨ ਕੇਸ, ਆ ਗਿਆ ਨਾ ਇਜ਼ ਦ ਕੇਸ, ਜਸਟ ਇਨ ਕੇਸ ਸਮ ਆਰ ਸਟਿਲ ਲਾਈਵਲੀ। ਜੇ ਥੋੜੀਆਂ ਫਿਰ ਵੀ ਲਾਈਵਲੀ ਹੈਗੀਆਂ ਵਾ, ਬੀਜ਼ ਕੈਨ ਬੀ ਪੈਸੀਫਾਈਡ ਵਿਦ ਪਫਸ ਆਫ ਸਮੋਕ। ਤੇ ਆਪਣਾ ਆਨਸਰ ਕੀ ਹੋਊਗਾ, ਸਮੋਕ। ਈਜ਼ੀ। ਬੇਸਿਕਲੀ ਸਹੀ ਆਨਸਰ ਨਹੀਂ ਲੱਭਣਾ, ਆਪਾਂ ਗਲਤ ਪਹਿਲਾਂ ਹੀ ਕੱਢ ਲੈਣੇ ਆ, ਸਿਰਫ ਇਹਨਾਂ ਦੋਨਾਂ ਚੋਂ ਵੇਖਣਾ ਵਾ। ਫਿਰ ਆਪਾਂ ਭਾਵੇਂ ਵਰਡਸ ਪੁੱਟਸ ਤੇ ਆ ਵੀ ਜਾਂਦੇ ਆ, ਆਪਾਂ ਇੱਕ ਐਸਟੀਮੇਟ ਲਗਾ ਸਕਦੇ ਹਾਂ ਕਿ ਮੇਰਾ ਆਨਸਰ ਕੀ ਹੋਊਗਾ। ਜਿਵੇਂ ਇਹਦੇ ਚ ਆਪਾਂ ਲਗਾਇਆ ਫੁੱਲ ਤੇ ਐਮਟੀ ਚ, ਇੱਕ ਐਸਟੀਮੇਟ ਲਗਾਇਆ ਜਾ ਸਕਦਾ ਕਿ ਰਾਤੀ ਜਿਹੜਾ ਵਾ ਉਹ ਫੁੱਲ ਹੋਊਗਾ ਕਿ ਐਮਟੀ ਹੋਊਗਾ, ਕਿਉਂਕਿ ਇਹਨਾਂ ਦੋਨਾਂ ਚੋਂ ਹੀ ਆਨਸਰ ਹੋਣਾ। ਨਹੀਂ ਤੇ ਆਪਾਂ ਲੱਭਦੇ ਰਹਿ ਜਾਂਦੇ ਆ ਕਿ ਆਨਸਰ ਹੈਗਾ ਕਿਹੜਾ, ਆਪਾਂ ਕਹਿੰਦੇ ਆਨਸਰ ਆਇਆ ਹੀ ਨਹੀਂ। ਉਹ ਇਸ ਤਰ੍ਹਾਂ ਹੀ ਲਗਾਉਂਦੇ। ਹਮੇਸ਼ਾ ਆਪਣੀ ਆਪਸ਼ਨਸ ਨੂੰ ਸ਼ਾਰਟ ਡਾਊਨ ਕਰੋ। ਅੱਗੇ ਚੱਲਦੇ ਵੇਖਿਓ। ਹੁਣ ਆ ਗਿਆ ਆਪਣੇ ਕੋਲ ਮਤਲਬ ਕੁਐਸਚਨ, ਦੇ ਟਰਾਂਸਪੋਰਟ देयर ਹਾਈਵਸ ਟੂ ਔਰੇਂਜ ਗਰੋਵਸ। ਉਹ ਔਰੇਂਜ ਗਰੋਵਸ ਨੂੰ ਤੱਕ ਟਰਾਂਸਪੋਰਟ ਕਰਦੇ ਆ, ਵੇਅਰ ਫਾਰਮਰਸ ਡੈਸ਼ ਬੀ ਕੀਪਰਸ, ਜਿੱਥੇ ਫਾਰਮਰਸ ਬੀ ਕੀਪਰਸ ਨੂੰ ਡੈਸ਼ ਕਰਦੇ ਆ। ਸੋ ਵੇਖੋ ਫਾਰਮਰਸ ਬੀ ਕੀਪਰਸ ਨੂੰ ਸਮੋਕ ਕਰਦੇ ਨਹੀਂ ਹੋ ਸਕਦਾ, ਬੈਰਲ ਕਰਦੇ ਨਹੀਂ ਹੋ ਸਕਦਾ, ਸੈਟ ਆਫ ਕਰਦੇ ਨਹੀਂ ਹੋ ਸਕਦਾ, ਪੋਲੀਨੇਟ ਕਰਦੇ ਨਹੀਂ ਹੋ ਸਕਦਾ। ਫਾਰਮਰ ਕੋਂਬ ਕਰਦੇ ਆ ਮਤਲਬ ਕੰਘੀ ਕਰਦੇ ਆ ਬੀ ਕੀਪਰਸ ਨੂੰ, ਨਹੀਂ ਨਾ। ਫਾਰਮਰ ਫੁੱਲ ਕਰਦੇ ਆ, ਨਹੀਂ। ਫਾਰਮਰ ਕੈਮੀਕਲ ਕਰਦੇ ਆ, ਪ੍ਰੋਟੈਕਸ਼ਨ ਕਰਦੇ ਆ, ਲਾਈਟ ਕਰਦੇ ਆ, ਮਸ਼ੀਨ ਕਰਦੇ ਆ, ਸਕਰੀਨ ਕਰਦੇ, ਕੋਈ ਨਹੀਂ ਆਨਸਰ। ਜਾਂ ਤੇ ਹੋਊਗਾ ਫਾਰਮਰ ਪੇ ਕਰਦੇ ਆ ਜਾਂ ਤੇ ਹੋਊਗਾ ਫਾਰਮਰ ਚਾਰਜ ਕਰਦੇ। ਹੁਣ ਧਿਆਨ ਨਾਲ ਸਮਝਣਾ ਵਾ, ਫਾਰਮਰ ਪੇ ਕਰਦੇ ਆ ਮਤਲਬ ਫਾਰਮਰ ਪੈਸੇ ਦੇ ਰਿਹਾ ਵਾ, ਫਾਰਮਰ ਚਾਰਜ ਕਰਦੇ ਆ ਮਤਲਬ ਫਾਰਮਰ ਪੈਸੇ ਲੈ ਰਿਹਾ ਵਾ। ਪੇ ਤੇ ਚਾਰਜ ਆਪਾਂ ਬਸ ਵੇਖਣਾ ਵਾ ਕਿ ਫਾਰਮਰ ਪੈਸੇ ਦੇ ਰਿਹਾ ਵਾ ਕਿ ਫਾਰਮਰ ਪੈਸੇ ਲੈ ਰਿਹਾ ਵਾ। ਸੋ ਵੇਖਦੇ ਇਨ देयर ਨਿਊ ਲੋਕੇਸ਼ਨ ਦ ਬੀ ਕੀਪਰ ਵਿਲ ਪੇ ਦ ਫਾਰਮਰ। ਬੀ ਕੀਪਰ ਫਾਰਮਰ ਨੂੰ ਪੈਸੇ ਦਊਗਾ ਤੇ ਪੈਸੇ ਫਾਰਮਰ ਕੋਲ ਆ ਰਹੇ ਆ। ਸੋ ਆਨਸਰ ਕੀ ਹੋ ਜਾਊਗਾ, ਦ ਫਾਰਮਰ ਵਿਲ ਚਾਰਜ ਦ ਬੀ ਕੀਪਰ। ਸੋ ਵੇਖੇ ਕਿਵੇਂ ਬੇਵਕੂਫ ਜਿਹਾ ਬਣਾ ਦਿੰਦੇ ਆਪਾਂ ਨੂੰ। ਇੱਥੇ ਸਾਫ਼-ਸਾਫ਼ ਪੇ ਕਹਿਤਾ ਵਾ ਪਰ ਉਲਟਾ ਲਿਖਿਆ ਵਾ, ਬੀ ਕੀਪਰ ਪੇ ਕਰਦਾ ਵਾ ਮਤਲਬ ਫਾਰਮਰ ਕੀ ਕਰਦਾ ਵਾ, ਚਾਰਜ ਕਰਦਾ, ਫਾਰਮਰ ਪੈਸੇ ਲੈਂਦਾ ਪਿਆ। ਸਮਝੇ? ਪਰ ਇਹ ਸਭ ਕੁਝ ਇੰਨਾ ਈਜ਼ੀ ਕਿਉਂ ਗਿਆ, ਕਿਉਂਕਿ ਆਪਾਂ ਆਨਸਰ ਪਹਿਲਾਂ ਹੀ ਕੱਟ ਲਏ। ਕਲੀਅਰ? ਸੈਂਸ ਵੇਖ ਲਓ, ਕਾਮਨ ਸੈਂਸ ਚਾਹੀਦੀ ਇਹਦੇ ਲਈ ਕੋਈ ਨੌਲੇਜ ਨਹੀਂ ਚਾਹੀਦੀ, ਸਿਰਫ ਕਾਮਨ ਸੈਂਸ। ਕਦੀ ਕਦੀ ਤੇ ਸਾਰੇ ਹੀ ਕੱਟੇ ਜਾਂਦੇ ਆ, ਇੱਕ ਹੀ ਰਹਿ ਜਾਂਦਾ ਹੁੰਦਾ ਤੇ ਉਹੀ ਆਨਸਰ ਹੁੰਦਾ। ਇਹ ਟ੍ਰਿਕ ਮੈਨੂੰ ਕਿੱਦਾਂ ਲੱਭੀ ਸੀ ਐਕਚੁਅਲੀ, ਇੱਕ ਵਾਰ ਮੈਂ ਇੱਕ ਰੀਡਿੰਗ ਕਰਦਾ ਪਿਆ ਹਾਂ, ਉਹਦੇ ਚ ਕੁਝ ਮੰਨ ਲਓ ਹੈਗਾ ਸੀ ਕਿ ਜਿਵੇਂ ਰੋਮ ਨੇ ਦੋ ਦੇਸ਼ਾਂ 'ਚ ਜੰਗ ਹੋ ਰਹੀ ਹੈ, ਰੋਮ ਨੇ ਦੂਸਰੇ ਦੇਸ਼ ਉੱਤੇ ਕੁਝ ਥਰੋ ਕੀਤਾ, ਦੇ ਥਰੂ ਦੂਸਰੇ ਦੇਸ਼ ਦੀ ਆਰਮੀ ਉੱਤੇ, ਤੇ ਦੋ ਹੀ ਆਪਸ਼ਨ ਬਚਦੇ ਸੀ, ਇੱਕ ਹੀ ਕੋਇਨਸ, ਇੱਕ ਹੀ ਬਰਨਿੰਗ ਆਬਜੈਕਟਸ। ਸੋ ਇੱਕ ਗੱਲ ਦੱਸੋ, ਜੇ ਜੰਗ ਚੱਲਦੀ ਪਈ ਆ ਤੇ ਆਪਾਂ ਦੂਸਰੀ ਆਰਮੀ ਉੱਤੇ ਕੀ ਸੁੱਟਾਂਗੇ, ਬਰਨਿੰਗ ਆਬਜੈਕਟ ਸੁੱਟਾਂਗੇ ਕਿ ਕੋਇਨ ਸੁੱਟਾਂਗੇ? ਜੇ ਤੇ ਤੁਸੀਂ ਕੋਇਨ ਸੁੱਟਦੇ ਪਏ ਜੇ ਨਾ ਤੇ ਕਸਮ ਵਾਲੀ ਗੱਲ ਜੇ ਮੇਰੇ ਨਾਲ ਵੀ ਜੰਗ ਕਰ ਲਓ ਥੋੜੀ, ਹਨਾ। ਸੋ ਵੇਖੋ ਬੇਸਿਕ ਇਹੀ ਗੱਲ ਹੈ ਨਾ, ਆਪਾਂ ਸੁੱਟਾਂਗੇ ਬਰਨਿੰਗ ਆਬਜੈਕਟਸ। ਸੋ ਥੋੜਾ ਜਿਹਾ ਪੜਿਆ, ਉੱਥੇ ਲਿਖਿਆ ਸੀ ਫਲੇਮਿੰਗ ਆਬਜੈਕਟਾਈਲਸ, ਤੋਂ ਆਨਸਰ ਮਿਲਦਾ ਬਰਨਿੰਗ ਆਬਜੈਕਟਸ। ਇਸ ਤਰ੍ਹਾਂ ਕਰਨਾ ਈਜ਼ੀ ਹੁੰਦਾ। ਵੇਖੋ ਹੁਣ ਆ ਵੇਖੋ, ਆਫਟਰ 3 weeks suppers can be taken into the warehouse where dash are used to remove wax। ਠੀਕ ਆ, ਹੁਣ 3 weeks ਟੈਨਸ਼ਨ ਲਿਓ, ਇਹਦੇ ਤੋਂ ਉੱਪਰ ਵਾਲੇ ਸੈਂਟੈਂਸ 'ਚ 3 weeks ਲਿਖਿਆ ਸੀ, ਠੀਕ ਆ। ਸੋ ਉਹ ਨਾ ਵੇਖੋ ਕਿ 3 weeks ਨਹੀਂ ਆਇਆ,
ਸੋ ਉੱਤੇ ਲਿਖਿਆ ਹੋਇਆ ਹੈ। ਸੋ ਕਹਿੰਦੇ 3 ਵੀਕਸ ਬਾਅਦ ਸਪਰਸ ਨੂੰ ਵੇਅਰ ਹਾਊਸ ਲੈ ਕੇ ਜਾਂਦੇ ਜਿੱਥੇ ਡੈਸ਼ ਇਸਤੇਮਾਲ ਕੀਤੇ ਜਾਂਦੇ ਆ ਵੈਕਸ ਨੂੰ ਰਿਮੂਵ ਕਰਨ ਲਈ। ਹੁਣ ਆਪਾਂ ਵੇਖਣਾ ਕੀ ਇਸਤੇਮਾਲ ਕੀਤੇ ਜਾਂਦੇ। ਸਮੋਕ ਹੋ ਗਿਆ ਆਪਣਾ ਆਨਸਰ, ਫੁੱਲ ਹੋ ਗਿਆ, ਐਮਟੀ ਹੋ ਗਿਆ, ਪੇ ਚਾਰਜ ਦੋਨੋਂ ਹੋ ਗਏ, ਪ੍ਰੀਪੇਅਰ ਹੋ ਗਿਆ। ਠੀਕ ਹੈ, ਸੋ ਧਿਆਨ ਦਿਓ ਜਿੱਥੇ ਬੈਰਲਸ ਯੂਜ਼ ਕੀਤੇ ਜਾਂਦੇ, ਚਲੋ ਮੰਨ ਲੈਂਦੇ ਹੋ ਸਕਦਾ ਜਿੱਥੇ ਸੈਟ ਆਫ ਯੂਜ਼ ਕੀਤਾ ਨਹੀਂ ਹੋ ਸਕਦਾ, ਆ ਨਹੀਂ ਹੋ ਸਕਦਾ। ਕੋਮਸ ਯੂਜ਼ ਕੀਤੇ ਜਾ ਸਕਦੇ ਆ, ਵੈਸੇ ਆਨਸਰ ਕੋਮਸ ਨਹੀਂ ਹੋ ਸਕਦਾ ਕਿਉਂਕਿ ਕੋਮਸ ਦੇ ਵਿੱਚ ਹੀ ਸ਼ਾਇਦ ਤਿਆਰ ਹੁੰਦਾ ਪਰ ਚਲੋ ਫਿਰ ਵੀ ਜਿਨ੍ਹਾਂ ਨੂੰ ਨਹੀਂ ਪਤਾ ਕੈਮੀਕਲਸ ਹੋ ਸਕਦਾ ਆਨਸਰ। ਜਿੱਥੇ ਪ੍ਰੋਟੈਕਸ਼ਨ ਯੂਜ਼ ਕੀਤੀ ਜਾਂਦੀ ਆ, ਲਾਈਟ ਯੂਜ਼, ਮਸ਼ੀਨਸ ਹੋ ਸਕਦਾ ਆਨਸਰ ਜਿੱਥੇ ਮਸ਼ੀਨਸ ਯੂਜ਼ ਕੀਤੀਆਂ ਜਾਂਦੀਆਂ, ਤੇ ਬਾਕੀ ਕੋਈ ਵੀ ਨਹੀਂ ਹੈਗਾ ਆਪਣਾ ਆਨਸਰ, ਨਾ ਸਪਲਿਟ ਨਾ ਹੁਈਲਸ। ਸੋ ਆਪਣਾ ਆਨਸਰ ਹੋਊਗਾ ਬੈਰਲਸ, ਕੋਮਸ, ਕੈਮੀਕਲਸ ਜਾਂ ਮਸ਼ੀਨਸ। ਹੁਣ ਆਪਾਂ ਨੂੰ ਦੇਖ ਕੇ ਪਤਾ ਲੱਗ ਕਿ ਬੈਰਲ ਕੋਮ ਦੇ ਚਾਂਸ ਘੱਟ ਆ, ਕੈਮੀਕਲ ਤੇ ਮਸ਼ੀਨ ਦੇ ਚਾਂਸ ਜ਼ਿਆਦਾ। ਠੀਕ ਹੈ, ਸਮਝ ਆ ਜਾਂਦੀ ਕਾਮਨ ਸੈਂਸ ਤੋਂ ਹਨਾ, ਇਹਨਾਂ ਦੋਨਾਂ ਚੋਂ ਆਨਸਰ ਹੋਣੇ ਦਾ, ਪਰ ਆਪਾਂ ਖਾਰਿਜ ਨਹੀਂ ਕਰਨਾ ਕਿਉਂਕਿ ਪਤਾ ਨਹੀਂ ਹੁੰਦਾ ਰੀਡਿੰਗ ਦਾ ਬਈ ਜੋ ਮਰਜੀ ਮਾੜੀ ਕਿਸਮਤ। ਸੋ ਦੇਖੋ ਆਪਾਂ ਵੇਖਣਾ ਵਾ ਕਿ ਵੈਕਸ ਨੂੰ ਰਿਮੂਵ ਕਰਦੇ ਪਏ। ਠੀਕ ਆ, ਰਿਮੂਵ ਕਰਦੇ ਪਏ ਵੈਕਸ ਨੂੰ। ਸੋ ਦੇਖਦੇ ਆ ਕਿੱਥੇ ਵੈਕਸ ਆ ਗਿਆ। ਸੋ ਪੜ੍ਹਦੇ ਦੇ ਆਰ ਹੈਵੀ ਵਿਦ ਹਨੀ, ਕਿੰਦੀ ਗੱਲ ਕਰਦੇ ਪਏ ਆ, ਹਾਈਵ ਦੀ ਗੱਲ ਕਰਦੇ ਪਏ। ਠੀਕ ਆ, ਕਿੰਦੀ ਗੱਲ ਕਰਦੇ ਪਏ, ਸੁਪਰਸ ਦੀ ਗੱਲ ਕਰਦੇ ਪਏ, ਹਨੀ ਫਿਲਡ ਸੁਪਰਸ। ਦੇ ਆਰ ਹੈਵੀ ਵਿਦ ਹਨੀ ਐਂਡ ਮੇ ਵੇ ਅਪ ਟੂ 90 ਪਾਉਂਡਸ ਈਚ, 90 ਪਾਉਂਡ ਦਾ ਭਾਰ ਹੋ ਸਕਦਾ ਵਾ। The supers are taken to a warehouse, ਆਪਣਾ ਆਨਸਰ ਆਉਣ ਲੱਗ ਪਿਆ, they are taken into a warehouse, supers are taken into a warehouse. In the extracting room, the frames are tilted out and lowered into an uncapper, ਉਹਨੂੰ ਇੱਕ uncapper ਚ ਪਾਉਂਦੇ ਆ, where rotating blades shave away the wax, ਜਿੱਥੇ ਘੁੰਮਦੇ ਹੋਏ ਬਲੇਡਸ ਜਿਹੜੇ ਆ ਉਹ ਵੈਕਸ ਨੂੰ ਸ਼ੇਵ ਕਰ ਦਿੰਦੇ। ਹੁਣ ਘੁੰਮਦੇ ਹੋਏ ਬਲੇਡਸ ਕੀ ਹੋ ਸਕਦਾ, ਬੈਰਲਸ ਤੇ ਨਹੀਂ ਹੋ ਸਕਦਾ, ਆਨਸਰ ਮਸ਼ੀਨਸ ਆਊਗਾ। ਇਹੀ ਕਨਫਿਊਜ਼ਨ ਹੁੰਦੀ ਹੈ ਨਾ ਕਿ ਮਸ਼ੀਨਸ ਤੇ ਲਿਖਿਆ ਨਹੀਂ ਪਰ ਉਹਨਾਂ ਨੇ ਕਹਿਤਾ ਅਨਕੈਪਰ, ਅਨਕੈਪਰ ਮਸ਼ੀਨ ਦਾ ਨਾਮ ਹੋ ਗਿਆ ਇਨਵਰਟਡ ਕਾਮਰਸ ਚ। ਤੇ ਰੋਟੇਟਿੰਗ ਬਲੇਡ ਜਦੋਂ ਆਪਣੇ ਕੋਲ ਆ ਗਿਆ, ਆਪਾਂ ਨੂੰ ਪਤਾ ਕੈਮੀਕਲ ਨਹੀਂ ਹੈ, ਕੋਮ ਨਹੀਂ ਹੈ, ਆਪਣਾ ਆਨਸਰ ਮਸ਼ੀਨਸ ਹੈ। ਸੋ ਜਦੋਂ ਆਪਾਂ ਸ਼ਾਰਟ ਡਾਊਨ ਕਰ ਲੈਂਦੇ ਨਾ ਉਦੋਂ ਆਨਸਰ ਲੱਭਣਾ ਇਸ ਕਰਕੇ ਈਜ਼ੀ ਹੁੰਦਾ। ਆਪਾਂ ਨੂੰ ਪਤਾ ਵਾ ਕਿ ਆਪਾਂ ਲੱਭਣੀ ਉਹ ਚੀਜ਼ਾਂ ਆ ਕਿ ਕਿਹੜੀ ਹੈਗੀ ਤਾਂ ਆਪਾਂ ਨੂੰ ਲੱਭਣੀ ਮੈਂ ਆਪਾਂ ਵੇਖਣਾ ਕੈਮੀਕਲ ਹੈ ਕਿ ਮਸ਼ੀਨ ਅਤੇ ਮਸ਼ੀਨ ਹੋ ਗਿਆ। ਵੇਖੋ ਹੁਣ ਧਿਆਨ ਦਿਓ, ਇਹਦਾ ਇਹ ਤੁਸੀਂ ਕਰਕੇ ਵੇਖਿਓ। ਆਫਟਰ ਦ ਹਨੀ ਕਲੈਕਸ਼ਨ ਦ ਓਲਡ ਹਾਈਵਸ ਆਰ ਰਿਜੈਕਟਡ, ਗੁੱਡ ਡਬਲ ਹਾਈਵਸ ਆਰ ਡੈਸ਼ ਐਂਡ ਰੀਕੁਈਨ। ਠੀਕ ਆ, ਹੁਣ ਕੁਈਨ ਤੇ ਆਨਸਰ ਆ ਹੀ ਗਿਆ। ਸੋ ਕਹਿੰਦੇ ਜਿਹੜੀਆਂ ਗੁੱਡ ਡਬਲ ਹਾਈਵਸ ਆ ਉਹਨਾਂ ਨੂੰ ਡੈਸ਼ ਕੀਤਾ ਜਾਂਦਾ। ਹੁਣ ਸਮੋਕ ਨਹੀਂ ਹੋ ਸਕਦਾ। ਹੁਣ ਆਪਾਂ ਨੂੰ ਪਤਾ ਇੱਥੇ ਵਰਬ ਚਾਹੀਦਾ। ਕਿਉਂ ਪਤਾ ਆਪਾਂ ਨੂੰ ਵਰਬ ਚਾਹੀਦਾ ਵਾ, ਕਿਉਂਕਿ ਆਰ ਤੋਂ ਬਾਅਦ ਜਾਂ ਤੇ ਵਰਬ ਦੀ ਥਰਡ ਫਾਰਮ ਆਉਂਦੀ ਹੈ ਜਾਂ ਵਰਬ ਦੀ ਆਈਐਨਜੀ ਫਾਰਮ ਆਉਂਦੀ। ਨਾਊਨਸ ਵੀ ਆਂਦਾ ਵਾ, ਨਾਊਨਸ ਵੀ ਆਂਦੇ ਪਰ ਇੱਥੇ ਨਾਊਨ ਨਹੀਂ ਆਉਂਦੇ। ਹਾਈਵਸ ਆਰ ਡੈਸ਼, ਵਰਬ ਦੀ ਥਰਡ ਫਾਰਮ ਆਊਗੀ ਜਾਂ ਵਰਬ ਦੀ ਆਈਐਨਜੀ ਫਾਰਮ ਆਊਗੀ। ਆਈਐਨਜੀ ਤੇ ਆਪਣੇ ਕੋਲ ਕੋਈ ਹੈ ਨਹੀਂ, ਸੋ ਥਰਡ ਫਾਰਮ ਆਊਗੀ। ਸੋ ਸਮੋਕ ਨਹੀਂ ਹੋ ਸਕਦਾ, ਬੈਰਲਸ ਨਹੀਂ ਹੋ ਸਕਦਾ, ਸੈਟ ਆਫ ਚਲੋ ਮੰਨ ਲੈਂਦੇ ਹਾਂ ਕਿ ਹਾਈਵ ਨੂੰ ਸੈਟ ਆਫ ਕਰ ਲੈਂਦੇ। ਪੋਲੀਨੇਟ ਨਹੀਂ ਹੋ ਸਕਦਾ, ਕੋਮਸ ਨਹੀਂ ਹੋ ਸਕਦਾ, ਫੁੱਲ ਨਹੀਂ ਹੋ ਸਕਦਾ, ਕੈਮੀਕਲ ਨਹੀਂ ਹੋ ਸਕਦਾ, ਪ੍ਰੋਟੈਕਸ਼ਨ ਨਹੀਂ ਹੋ ਸਕਦਾ, ਲਾਈਟ ਨਹੀਂ ਹੋ ਸਕਦਾ, ਮਸ਼ੀਨਸ ਨਹੀਂ ਹੋ ਸਕਦਾ, ਸਕਰੀਨ ਨਹੀਂ ਹੋ ਸਕਦਾ, ਐਮਟੀ ਨਹੀਂ ਹੋ ਸਕਦਾ, ਪੇ ਚਾਰਜ ਵੀ ਨਹੀਂ ਹੋ ਸਕਦਾ। ਹਾਈਵਸ ਆਰ ਸਪਲਿਟ ਹੋ ਸਕਦਾ ਤੇ ਪ੍ਰੀਪੇਅਰ ਨਹੀਂ ਹੋ ਸਕਦਾ ਕਿਉਂਕਿ ਵਰਬ ਦੀ ਫਸਟ ਫਾਰਮ ਵੈਸੇ ਵੀ ਹੋ ਗਿਆ ਆਨਸਰ। ਸੋ ਆਨਸਰ ਜਾਂ ਤੇ ਹੋਊਗਾ ਹਾਈਵਸ ਆਰ ਸੈਟ ਆਫ ਜਾਂ ਤੇ ਹੋਊਗਾ ਹਾਈਵਸ ਆਰ ਸਪਲਿਟ। ਸੋ ਆਪਾਂ ਵੇਖਣਾ ਵਾ ਸੈਟ ਆਫ ਵਾ ਕੇ ਸਪਲਿਟ ਵਾ। ਦੇਖਦੇ ਹਾਂ after this approximately a quarter of the hives weakened by disease, mites and or aging or dead queen will have to be replaced। ਜਿਹੜੇ ਪੁਰਾਣੇ ਹਾਈਵਸ ਆ ਉਹਨਾਂ ਨੂੰ ਰਿਪਲੇਸ ਕਰ ਦਾਂਗੇ। ਆਪਾਂ ਵੇਖਣਾ ਵਾ ਕਿ ਗੁੱਡ ਹਾਈਵਸ ਨਾਲ ਕੀ ਕਰਦੇ, to create new colonies a healthy double hive ਆ ਗਿਆ, teeming with bees can be separated into two boxes, ਉਹਨੂੰ ਦੋ ਬਾਕਸਸ ਚ ਸੈਪਰੇਟ ਕਰ ਲੈਂਦੇ। ਹੁਣ ਆਪਾਂ ਨੂੰ ਪਤਾ ਵਾ ਦੋ ਹਿੱਸਿਆਂ ਚ ਵੰਡਣ ਨੂੰ ਕੀ ਕਹਿੰਦੇ ਆ, ਸਪਲਿਟ। ਆਪਣਾ ਆਨਸਰ ਕੀ ਹੋ ਜਾਊਗਾ, ਸਪਲਿਟ। ਬੇਸਿਕਲੀ ਇਹ ਸਭ ਤੋਂ ਵਧੀਆ ਤਰੀਕਾ ਤੇ ਇਹਦੇ ਨਾਲ ਕਦੀ ਆਨਸਰ ਗਲਤ ਨਹੀਂ ਹੁੰਦੇ ਕਿਉਂਕਿ ਤੁਸੀਂ ਸਾਰੇ ਨਹੀਂ ਲੱਭਣੇ। ਜਦੋਂ ਆਪਾਂ ਸਾਰੇ ਵੇਖਦੇ ਨੇ ਇਕੱਠੇ ਆਪਾਂ ਕਨਫਿਊਜ਼ ਹੁੰਦੇ ਕਿ ਕਿਹੜਾ ਆਨਸਰ ਹੋਊਗਾ, ਫਿਰ ਆਪਾਂ ਸਿਨੋਨਿਮ ਲੱਭਣ ਲੱਗ ਪੈਂਦੇ ਆ। ਸਿਨੋਨਿਮ ਦੀ ਗੇਮ ਹੀ ਨਹੀਂ ਹੈਗੀ। ਤੁਸੀਂ ਬਸ ਇੰਨਾ ਵੇਖਣਾ ਵਾ ਕਿ ਸੈਟ ਆਫ ਆ ਕੇ ਸਪਲਿਟ ਆ, ਪੇ ਵਾ ਕੇ ਚਾਰਜ ਵਾ, ਫੁੱਲ ਵਾ ਕੇ ਐਮਟੀ ਆ, ਇੰਨਾ ਕੁ ਦੇਖਣਾ। ਜਦੋਂ ਆਪਣੇ ਦੋ ਹੀ ਵਰਡ ਦੇ ਅਰਾਊਂਡ ਆਨਸਰ ਹੁੰਦਾ ਕਿ ਫੁੱਲ ਤੇ ਐਮਟੀ, ਫਿਰ ਜਿਹੜੇ ਸਿਨੋਨਿਮਸ ਹੁੰਦੇ ਨਾ ਉਹ ਵੀ ਸਮਝ ਆਉਣ ਲੱਗ ਪੈਂਦੇ, ਫਿਰ ਡਿਫਿਕਲਟੀ ਨਹੀਂ ਆਉਂਦੀ ਕਿਉਂਕਿ ਆਪਾਂ ਨੂੰ ਪਤਾ ਆਪਾਂ ਲੱਭਦੇ ਕੀ ਪਏ। ਕਲੀਅਰ ਆ। ਨਾਰਮਲ ਬਲੈਂਕਸ ਵਾਂਗੂ ਕਰਨਾ ਵਾ, ਬਸ ਇਹਨਾਂ ਨੂੰ ਪਹਿਲਾਂ ਪੜ੍ਹ ਲੈਣਾ। ਸਗੋਂ ਨਾਰਮਲ ਬਲੈਂਕਸ ਨਾਲੋਂ ਵੀ ਈਜ਼ੀ ਹੈ। ਸਹੀ ਹੈ, ਇਹ ਸਭ ਤੋਂ ਦੀ ਤਰੀਕਾ ਜੇ ਮੇਰੇ ਕਦੀ ਇਹ ਗਲਤ ਨਹੀਂ ਹੁੰਦੀ ਕਿਉਂਕਿ ਮੈਂ ਆਹ ਤਰੀਕਾ ਯੂਜ਼ ਕਰਦਾ। ਠੀਕ ਹੈ, ਤੁਸੀਂ ਵੀ ਕਰਕੇ ਹਮੇਸ਼ਾ ਸਹੀ ਹੋਗੇ, ਕੋਈ ਪ੍ਰੋਬਲਮ ਨਹੀਂ ਆਉਗੀ। ਅਗਰ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀਆਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਲੀਜ਼ ਸਾਨੂੰ ਸਪੋਰਟ ਕਰੋ। ਥੈਂਕ ਯੂ।